ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਪਜੀ ਸਾਹਿਬ ਦੀ 8ਵੀਂ ਪੌੜੀ ਦੀ ਵਿਆਖਿਆ ਸ਼ੁਰੂ ਕਰਨ ਜਾ ਰਹੇ ਹਾਂ। ਅਤੇ 8ਵੀਂ ਪੌੜੀ ਸ਼ੁਰੂ ਹੁੰਦੀ ਹੈ, ਸੁਣੀਏ ਸਿੱਧ ਪੀਰ ਸੁਰਨਾਥ। ਗੁਰੂ ਘਰ ਵਿੱਚ ਸ਼ਬਦ ਸੁਣਨ ਦੀ ਮਹਾਨਤਾ ਇਤਨੀ ਹੈ ਕਿ ਪ੍ਰਭੂ ਪ੍ਰਾਪਤੀ ਦਾ ਮੁੱਖ ਸਾਧਨ ਵੀ ਸੁਣਨਾ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ ਹੈ। ਹੁਣ ਸ਼ਬਦ ਨੂੰ ਪਰਮਾਤਮਾ ਨਾਲ ਮਿਲਣ ਦਾ ਆਧਾਰ ਮੰਨ ਲਈਏ ਤਾਂ ਸ਼ਬਦ ਹੈ ਹੀ ਸੁਣਨ ਦਾ ਵਿਸ਼ਾ। ਅੱਜ ਤੱਕ ਸਾਧਕ ਪੁਰਸ਼ ਪਰਮਾਤਮਾ ਤੱਕ ਪਹੁੰਚਣ ਲਈ, ਮਿਲਣ ਲਈ ਤਰ੍ਹਾਂ ਤਰ੍ਹਾਂ ਦੇ ਜੋ ਸਾਧਨ ਜੁਟਾਉਂਦੇ ਰਹੇ ਨੇ। ਆਪਣੇ ਸਰੀਰ ਵਿੱਚ 4 ਤਰ੍ਹਾਂ ਦੇ ਤੱਤ ਮੰਨੇ ਗਏ ਨੇ, ਜਿਵੇਂ ਕਿ ਪਾਣੀ, ਅਗਨੀ, ਮਿੱਟੀ ਤੇ ਵਾਯੂ। ਇਹਨਾਂ ਵੱਖਰੇ ਵੱਖਰੇ ਤੱਤਾਂ ਦੇ ਹਿਸਾਬ ਨਾਲ ਸਾਧਕ ਪੁਰਸ਼ਾਂ ਨੇ ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਹੁਣ ਪਹਿਲਾ ਤੱਤ ਹੈ ਜੀ ਪਾਣੀ। ਸਰੀਰ ਵਿੱਚ ਪਾਣੀ ਬਹੁਤ ਜ਼ਿਆਦਾ ਹੈ। ਇਸ ਭਾਵ ਨੂੰ ਮੁੱਖ ਰੱਖ ਕੇ ਤੀਰਥਾਂ ਦਾ ਰਟਨ, ਇਸ਼ਨਾਨ ਕਰੀ ਜਾਣਾ, ਸਵੇਰੇ ਕਰਨਾ, ਦੁਪਹਿਰ ਨੂੰ ਕਰਨਾ, ਸ਼ਾਮ ਨੂੰ ਕਰਨਾ, ਅਤੇ ਤੀਰਥ ਇਸ਼ਨਾਨਾਂ ਦੀ ਜਲ ਦੇ ਇਸ਼ਨਾਨ ਨੂੰ ਹੀ ਆਤਮ ਸ਼ੁੱਧੀ ਮੰਨ ਲਿਆ ਗਿਆ। ਮੁੱਖ ਗੱਲ ਇਤਨੀ ਹੈ ਕਿ ਪ੍ਰਭੂ ਪ੍ਰਾਪਤੀ ਦਾ ਸਾਧਨ ਜੋ ਅਪਣਾਇਆ ਗਿਆ ਉਹਦੇ ਵਿੱਚ ਪਾਣੀ ਪ੍ਰਧਾਨ ਸੀ। ਫਿਰ ਕਈ ਸਾਧਕਾਂ ਨੇ ਮਿੱਟੀ ਨੂੰ ਆਪਣਾ ਸਾਧਨ ਮੰਨ ਲਿਆ। ਬਾਰ-ਬਾਰ ਸਜਦਾ ਕਰਨਾ, ਬਾਰ-ਬਾਰ ਮੱਥਾ ਰਗੜਨਾ, ਨੱਕ ਰਗੜਨੀ, ਧਰਤੀ ਦੀ ਖਾਕ ਨੂੰ ਮਸਤਕ 'ਤੇ ਲਾਉਣਾ, ਇਹ ਮਿੱਟੀ ਤੱਤ ਨੂੰ ਆਧਾਰ ਬਣਾ ਕੇ ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਸੀ ਜੀ ਅਗਨੀ ਤੱਤ ਨੂੰ ਮੁੱਖ ਰੱਖ ਕੇ ਸਾਧਕ ਜਿਹੜੇ ਸਨ ਕੁਛ ਚੱਲੇ। ਅੱਗ ਬਾਲ ਕੇ, ਧੂਣੇ ਤਪਾ ਕੇ ਔਰ ਜੇਠ ਹਾੜ ਦੀ ਧੁੱਪ ਵਿੱਚ ਬੈਠ ਕੇ ਆਪਣੇ ਸਰੀਰ ਨੂੰ ਤਪਾਉਣਾ, ਇਹ ਅਗਨ ਤੱਤ ਨੂੰ ਪ੍ਰਭੂ ਪ੍ਰਾਪਤੀ ਦਾ ਸਾਧਨ ਜਾਣ ਕੇ ਯੋਗੀ ਜਨ ਸਾਧਕ ਪੁਰਸ਼ ਸਾਧਨ ਕਰਦੇ ਰਹੇ ਨੇ ਔਰ ਸਰੀਰ ਵਿੱਚ ਅਗਨ ਤੱਤ ਦੇ ਆਸਰੇ 'ਤੇ ਪ੍ਰਭੂ ਤੱਕ ਮਿਲਣ ਦੀ, ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮਾਰਗ ਅਪਣਾਇਆ ਅਤੇ ਜਗਤ ਲਈ ਦੱਸਿਆ, ਉਹਦੇ 'ਚ ਆਕਾਸ਼ ਤੱਤ ਪ੍ਰਧਾਨ ਸੀ, ਯਾਨੀ ਕਿ ਕਿਧਰੇ ਮਿੱਟੀ ਪ੍ਰਧਾਨ ਹੈ, ਕਿਧਰੇ ਪਾਣੀ ਪ੍ਰਧਾਨ ਹੈ, ਕਿਧਰੇ ਅਗਨੀ ਪ੍ਰਧਾਨ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਨੂੰ ਪ੍ਰਧਾਨ ਮੰਨਿਆ ਹੈ ਅਤੇ ਸ਼ਬਦ ਆਕਾਸ਼ ਤੱਤ ਦਾ ਹੀ ਵਿਸ਼ਾ ਹੈ। ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਬਾਰ-ਬਾਰ ਉਸ ਦਾ ਜ਼ਿਕਰ ਕਰਦੇ ਰਹੀਏ ਅਤੇ ਸੁਣਦੇ ਰਹੀਏ। ਆਖਿਰ ਇੱਕ ਦਿਨ ਮਨੁੱਖ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ, ਈਸ਼ਵਰ ਤੱਕ ਪਹੁੰਚ ਜਾਂਦਾ ਹੈ। ਜਿਵੇਂ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ, ਖੂਨ ਬਣਾਉਂਦੀ ਹੈ, ਮਿੱਝ ਬਣਾਉਂਦੀ ਹੈ, ਮਾਸ ਬਣਾਉਂਦੀ ਹੈ, ਸਰੀਰ ਦੀ ਸ਼ਕਤੀ ਬਣਾਉਂਦੀ ਹੈ, ਸ਼ਬਦ ਕੰਨਾਂ ਦੇ ਰਾਹੀਂ ਪ੍ਰਵੇਸ਼ ਕਰਦਾ ਹੈ ਅਤੇ ਅਨਾਹਦ ਨਾਦ ਬਣਾਉਂਦਾ ਹੈ, ਪਰਮ ਪ੍ਰਕਾਸ਼ ਬਣਾਉਂਦਾ ਹੈ, ਦੇਵੀ ਸੰਪਦਾ ਨੂੰ ਅੰਦਰੋਂ ਜਨਮ ਦੇਣ ਵਿੱਚ ਸਹਾਇਕ ਹੁੰਦਾ ਹੈ ਔਰ ਸ਼ਬਦ ਕੇਵਲ ਸੁਣਨ ਦਾ ਹੀ ਵਿਸ਼ਾ ਹੈ। ਹੁਣ ਇਸ ਪੌੜੀ ਵਿੱਚ ਸੁਣਨ ਦੀ ਕਿਤਨੀ ਵੱਡੀ ਮਹਾਨਤਾ ਹੈ ਉਹਦੇ ਬਾਰੇ ਦੱਸਦੇ ਨੇ। ਜਿਵੇਂ ਇਹਦੇ ਵਿੱਚ ਮੂਲ ਪੰਕਤੀ ਜਿਹੜੀ ਬਾਰ-ਬਾਰ ਹੁੰਦੀ ਹੈ, ਉਹਦੇ ਵਿੱਚ ਗੁਰੂ ਨਾਨਕ ਜੀ ਕਹਿੰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ਼। ਮਹਾਰਾਜ ਦਾ ਫਰਮਾਨ ਹੈ, ਭਗਤਾਂ ਦੇ ਮਨ ਵਿੱਚ ਸਦਾ ਉਲਾਸ ਰਹਿੰਦਾ ਹੈ, ਖੇੜਾ ਰਹਿੰਦਾ ਹੈ, ਮਸਤੀ ਰਹਿੰਦੀ ਹੈ, ਸਦੀਵੀ ਆਨੰਦ ਵਿੱਚ ਰਹਿੰਦੇ ਨੇ, 8 ਪਹਿਰ ਪ੍ਰਸੰਨ ਚਿੱਤ ਰਹਿੰਦੇ ਨੇ। ਤਾਂ ਆਖਿਰ ਕੁਛ ਨਾ ਕੁਛ ਕਾਰਨ ਹੋਵੇਗਾ ਪ੍ਰਸੰਨ ਰਹਿਣ ਦਾ, ਕਿਉਂਕਿ 8 ਪਹਿਰ ਦੀ ਪ੍ਰਸੰਨਤਾ ਤੇ ਦੁਨੀਆ ਵਿੱਚ ਕਿਸੇ ਨੂੰ ਵੀ ਨਸੀਬ ਨਹੀਂ। ਜੋ ਹੱਸ ਰਿਹਾ ਹੈ ਆਖਿਰ ਉਸ ਨੂੰ ਰੋਣਾ ਹੋਏਗਾ, ਇਹ ਅਸੀਂ ਵੇਖਦੇ ਹੀ ਹਾਂ। ਜੇ ਪਰਮ ਪ੍ਰਸੰਨ ਚਿੱਤ ਸਾਨੂੰ ਮਿਲਦਾ ਹੈ, ਉਸੇ ਨੂੰ ਅਸੀਂ ਗਮਗੀਨ ਹੋਇਆ, ਬੇਚੈਨ ਹੋਇਆ ਵੀ ਵੇਖਦੇ ਹਾਂ। ਪਰ ਸਾਹਿਬ ਕਹਿੰਦੇ ਨੇ, ਨਾਨਕ ਭਗਤਾਂ ਸਦਾ ਵਿਕਾਸ, ਭਗਤਾਂ ਦੇ ਕੋਲ ਸਦੀਵੀ ਖੇੜਾ ਹੈ, ਸਦੀਵੀ ਆਨੰਦ ਹੈ, 8 ਪਹਿਰ ਦੀ ਪ੍ਰਸੰਨਤਾ ਹੈ। ਇਸ ਪ੍ਰਸੰਨਤਾ ਉਹਨਾਂ ਨੂੰ ਕਿਵੇਂ ਨਸੀਬ ਹੋਈ? ਸਾਹਿਬ ਕਹਿੰਦੇ ਨੇ, ਸੁਣੀਏ ਦੁਖ ਪਾਪ ਕਾ ਨਾਸ਼। ਕਹਿੰਦੇ ਨੇ ਜਦ ਉਹਨਾਂ ਦੇ ਦੁੱਖ ਨਾਸ਼ ਹੋਏ, ਪਾਪ ਜਦ ਨਾਸ਼ ਹੋਏ, ਪ੍ਰਸੰਨਤਾ ਨਸੀਬ ਹੋ ਗਈ। ਪਾਪ ਤੋਂ ਦੁੱਖ ਪੈਦਾ ਹੁੰਦੇ ਨੇ, ਦੁੱਖ ਬੇਚੈਨ ਕਰ ਦਿੰਦਾ ਹੈ। ਪਾਪ ਮਿਟ ਗਏ, ਦੁੱਖ ਮਿਟ ਗਏ,
ਪ੍ਰਸੰਨਤਾ ਅੰਤਰ ਆਤਮਾ ਵਿੱਚ ਪੈਦਾ ਹੋ ਗਈ। ਪਰ ਸਵਾਲ ਪੈਦਾ ਹੁੰਦਾ ਹੈ, ਪਾਪ ਕਿਸ ਤਰ੍ਹਾਂ ਮਿਟਦੇ ਨੇ, ਦੁੱਖ ਕਿਸ ਤਰ੍ਹਾਂ ਮਿਟਦੇ ਨੇ? ਤਾਂ ਸਤਿਗੁਰ ਕਹਿੰਦੇ ਨੇ, ਸੁਣੀਏ ਦੁੱਖ ਪਾਪ ਕਾ ਨਾਸ। ਜਦ ਗੁਰੂ ਦਾ ਸ਼ਬਦ ਸੁਣਿਆ, ਪਰਮਾਤਮਾ ਦਾ ਨਾਮ ਸੁਣਿਆ, ਪਾਪ ਮਿਟ ਗਏ, ਦੁੱਖ ਮਿਟ ਗਏ। ਪਾਪ ਤੇ ਦੁੱਖ ਮਿਟਦਿਆਂ ਹੀ ਉਲਾਸ ਪੈਦਾ ਹੋਇਆ, ਵਿਗਾਸ ਪੈਦਾ ਹੋਇਆ, ਖੇੜੇ ਦਾ ਜਨਮ ਹੋਇਆ, ਖੁਸ਼ੀਆਂ ਦਾ ਜਨਮ ਹੋਇਆ। ਸੋ ਅਸੀਂ ਨਾਦ ਨੂੰ ਸੁਣਨਾ ਹੈ, ਗੁਰੂ ਸ਼ਬਦ ਨੂੰ ਸੁਣਨਾ ਹੈ, ਪ੍ਰਭੂ ਨਾਮ ਦਾ ਉਚਾਰਨ ਕਰਕੇ ਉਹਨੂੰ ਸੁਣਨਾ ਹੈ। ਸੁਣਨ ਦੇ ਨਾਲ ਹੀ ਦੁੱਖਾਂ ਦਾ ਨਾਸ ਹੋ ਜਾਏਗਾ, ਬਸ਼ਰਤੇ ਸੁਣਨ ਦੀ ਜਾਸ ਕਿਸੇ ਨੂੰ ਆ ਜਾਏ। ਹੁਣ ਧਿਆਨ ਤੋਂ ਬਿਨਾਂ ਮਨੁੱਖ ਸੁਣ ਨਹੀਂ ਸਕੇਗਾ। ਸੁਣਨਾ ਬਹੁਤ ਪ੍ਰਬਲ ਧਿਆਨ ਸਾਧਨਾ ਹੈ। ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਤੇ ਦੂਸਰਾ ਸੁਣ ਰਿਹਾ ਹੁੰਦਾ ਹੈ, ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ ਹੈ, ਮਿੱਤਰਾ ਇਹ ਗੱਲ ਫੇਰ ਆਖ, ਮੈਂ ਨਹੀਂ ਸੁਣੀ। ਤੂੰ ਕਿਉਂ ਨਹੀਂ ਸੁਣੀ? ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੀ। ਧਿਆਨ ਤੋਂ ਬਿਨਾਂ ਸ਼ਬਦ ਨੂੰ ਸੁਣਨਾ ਬਹੁਤ ਔਖਾ ਹੈ। ਮਹਾਰਾਜ ਕਹਿੰਦੇ ਨੇ, ਤੇਰੇ ਧਿਆਨ ਨਾਲ ਉਚਾਰਨ ਕੀਤੇ ਹੋਏ ਨਾਮ ਨੂੰ ਕੋਈ ਸੁਣਦਾ ਹੈ, ਉਹਦੇ ਪਾਪ ਮਿਟ ਜਾਂਦੇ ਨੇ, ਦੁੱਖ ਮਿਟ ਜਾਂਦੇ ਨੇ, ਉਹਦਾ ਅੰਦਰ ਵਿਗਾਸ ਪੈਦਾ ਹੋ ਜਾਂਦਾ ਹੈ। ਸਿਰਫ ਹੀ ਨਹੀਂ, ਸਤਿਗੁਰ ਕਹਿੰਦੇ ਨੇ, ਇਹ ਹੀ ਨਹੀਂ ਕਹਿੰਦੇ ਨੇ, ਸੁਣੀਏ, ਫਿਰ ਅੱਗੇ ਕਹਿੰਦੇ ਨੇ, ਸਿੱਧ ਪੀਰ ਸੁਰਨਾਥ। ਪਰਮਾਤਮਾ ਦਾ ਨਾਮ ਸੁਣਦਿਆਂ ਹੀ ਮਨੁੱਖ ਸਿੱਧ ਬਣ ਜਾਂਦਾ ਹੈ, ਪੀਰ ਬਣ ਜਾਂਦਾ ਹੈ, ਦੇਵਤਾ ਬਣ ਜਾਂਦਾ ਹੈ, ਨਾਥ ਬਣ ਜਾਂਦਾ ਹੈ। ਜੋ ਬੜੇ ਬੜੇ ਨਾਥ ਹੋਏ ਨੇ, ਮਹਾਨ ਦੇਵਤੇ ਹੋਏ ਨੇ, ਬੜੇ ਬੜੇ ਫਕੀਰ ਹੋਏ ਨੇ, ਸਿੱਧ ਪੁਰਸ਼ ਹੋਏ ਨੇ, ਈਸ਼ਵਰ ਦਾ ਨਾਂ ਸੁਣ ਕੇ ਹੋਏ ਨੇ, ਪਰਮਾਤਮਾ ਦਾ ਨਾਂ ਸੁਣ ਕੇ ਹੋਏ ਨੇ। ਜੈਸੇ ਸ਼ਬਦ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਅੰਦਰੋਂ ਹੀ ਸਿੱਧੀ ਦਾ ਜਨਮ ਹੋ ਜਾਂਦਾ ਹੈ। ਲੋਕੀ ਕਹਿੰਦੇ ਨੇ ਇਹ ਸਿੱਧ ਪੁਰਸ਼ ਹੈ। ਜਿਸ ਵਕਤ ਸ਼ਬਦ ਦਾ ਅੰਦਰ ਪ੍ਰਵੇਸ਼ ਹੁੰਦਾ ਹੈ, ਅੰਦਰੋਂ ਹੀ ਫਕੀਰਾਨਾ ਤਬੀਅਤ ਦਾ ਜਨਮ ਹੁੰਦਾ ਹੈ। ਲੋਕੀ ਕਹਿ ਦਿੰਦੇ ਨੇ ਇਹ ਪੀਰ ਹੋ ਗਿਆ। ਜਿਸ ਵਕਤ ਗੁਰੂ ਸ਼ਬਦ ਦਾ ਅੰਦਰ ਪ੍ਰਵੇਸ਼ ਹੁੰਦਾ ਹੈ ਤਾਂ ਮਨੁੱਖ ਦੀਆਂ ਦੇਵ ਬਿਰਤੀਆਂ ਬਾਹਰ ਪ੍ਰਗਟ ਹੁੰਦੀਆਂ ਨੇ। ਲੋਕੀ ਕਹਿ ਦਿੰਦੇ ਨੇ ਇਹ ਤਾਂ ਦੇਵਤਾ ਹੋ ਗਿਆ ਹੈ। ਔਰ ਜਿਸ ਵਕਤ ਮਨੁੱਖ ਦੇ ਅੰਦਰ ਅੰਤਰ ਆਤਮੇ ਸ਼ਬਦ ਪ੍ਰਵੇਸ਼ ਹੁੰਦਾ ਹੈ, ਕੰਨਾਂ ਦੇ ਰਾਹੀਂ ਅੰਦਰੋਂ ਸੁਣਦਾ ਹੈ, ਔਰ ਸੁਣ ਕੇ ਜਿਸ ਜਜ਼ਬੇ ਦਾ ਜਨਮ ਹੁੰਦਾ ਹੈ, ਉਹ ਹੈ ਨਾਥ। ਉਹ ਤਾਂ ਆਪਣੇ ਆਪ ਦਾ ਮਾਲਕ ਬਣ ਜਾਂਦਾ ਹੈ, ਉਹ ਗੁਲਾਮ ਨਹੀਂ ਰਹਿੰਦਾ, ਉਹ ਸਵਯੰ ਆਪਣੇ ਆਪ ਦਾ ਮਾਲਿਕ ਹੈ। ਅਕਸਰ ਦੇਖਿਆ ਗਿਆ ਹੈ, ਸਾਰੀ ਦੁਨੀਆ ਉੱਤੇ ਆਪਣੀ ਮਲਕੀਅਤ ਦਾ ਲੋਕ ਦਾਅਵਾ ਕਰਦੇ ਨੇ, ਉਹ ਆਪਣੇ ਆਪ ਤੇ ਮਾਲਕ ਨਹੀਂ ਹੁੰਦੇ। ਜਿਹੜੇ ਹੁਣ ਦੁਨੀਆ ਤੇ ਮਲਕੀਅਤ ਦਾ ਦਾਅਵਾ ਕਰਦੇ ਨੇ, ਲੇਕਿਨ ਆਪਣੇ ਆਪ ਤੇ ਉਹਨਾਂ ਦਾ ਕੋਈ ਵੀ ਕੰਟਰੋਲ ਨਹੀਂ ਹੁੰਦਾ। ਸਾਰੀ ਦੁਨੀਆ ਨੂੰ ਜਿੱਤਣ ਵਾਲਾ ਮਨੁੱਖ ਮਨ ਦੇ ਹੱਥੋਂ ਹਾਰ ਜਾਂਦਾ ਹੈ, ਆਪਣੇ ਮਨ ਦੇ ਹੱਥੋਂ ਹਾਰ ਮੰਨ ਲੈਂਦਾ ਹੈ। ਤੇ ਜੋ ਸ਼ਬਦ ਨੂੰ ਸੁਣ ਲੈਂਦੇ ਹੈ, ਸ਼ਬਦ ਜਿਸ ਵਕਤ ਅੰਦਰ ਪ੍ਰਵੇਸ਼ ਕਰਦਾ ਹੈ, ਜਿਸ ਜਜ਼ਬੇ ਦਾ ਜਨਮ ਹੁੰਦਾ ਹੈ, ਉਹ ਹੈ ਨਾਥ। ਅੰਦਰ ਆਪਣੇ ਆਪ ਦਾ ਮਾਲਕ ਹੋ ਜਾਂਦਾ ਹੈ, ਗੁਲਾਮ ਨਹੀਂ ਰਹਿੰਦਾ। ਉਹ ਜੀਵਨ ਨੂੰ ਨੱਥ ਲੈਂਦਾ ਹੈ, ਜ਼ਿੰਦਗੀ ਨੂੰ ਕਾਬੂ ਵਿੱਚ ਕਰ ਲੈਂਦਾ ਹੈ, ਮਨ ਨੂੰ ਕਾਬੂ ਵਿੱਚ ਕਰ ਲੈਂਦਾ ਹੈ। ਜੋ ਨੱਥ ਲਵੇ ਉਹੀ ਨਾਥ ਹੈ, ਤੇ ਜੋ ਕਾਬੂ ਕਰ ਲਵੇ ਉਹੀ ਨਾਥ ਹੈ, ਉਹੀ ਮਾਲਿਕ ਹੈ, ਸੁਆਮੀ ਹੈ। ਫਿਰ ਅੱਗੇ ਫਰਮਾਨ ਕਰਦੇ ਨੇ, ਸੁਣੀਏ ਧਰਤ ਧਵਲ ਆਕਾਸ਼। ਪਰਮਾਤਮਾ ਦਾ ਨਾਮ ਸੁਣਦਿਆਂ ਹੀ ਮਨੁੱਖ ਨੂੰ ਇਹ ਬੋਧ ਮਿਲ ਜਾਂਦਾ ਹੈ ਕਿ ਇਹ ਜਿਹੜੀ ਧਰਤੀ ਹੈ, ਉਸੇ ਪਰਮਾਤਮਾ ਦੇ ਆਸਰੇ ਤੇ ਟਿਕੀ ਹੈ। ਇਹ ਧਵਲ ਤੇ ਆਕਾਸ਼ ਕੀ ਹੈ, ਇਸ ਦੀਆਂ ਬਾਰੀਕੀਆਂ ਦਾ ਉਸ ਨੂੰ ਪਤਾ ਲੱਗ ਜਾਂਦਾ ਹੈ। ਅਨੰਤ ਕਾਲ ਤੋਂ ਇਹ ਧਾਰਨਾ ਬਣੀ ਹੋਈ ਹੈ ਕਿ ਇਸ ਜ਼ਮੀਨ ਨੂੰ ਧੌਲੇ ਬੈਲ ਨੇ ਚੁੱਕਿਆ ਹੈ, ਇੱਕ ਬਲ ਦੇ ਆਸਰੇ ਤੇ ਖੜੀ ਹੈ, ਔਰ ਉਸਨੇ ਵੀ ਇੱਕ ਸਿੰਘ ਤੇ ਚੁੱਕਿਆ ਹੋਇਆ ਹੈ। ਬਲਦ ਨੇ ਹੁਣ ਧਰਤੀ ਨੂੰ ਸਿੰਘ ਤੇ ਚੁੱਕਿਆ ਹੋਇਆ ਹੈ। ਇਹੀ ਧਾਰਨਾ ਬਣੀ ਹੋਈ ਹੈ। ਜਿਸ ਵਕਤ ਉਹ ਬਲਦ ਥੱਕ ਜਾਂਦਾ ਹੈ, ਦੂਸਰੇ ਸਿੰਘ ਦੇ ਉੱਤੇ ਧਰਤੀ ਨੂੰ ਚੁੱਕਦਾ ਹੈ, ਤੇ ਧਰਤੀ 'ਚ ਭੂਚਾਲ ਆ ਜਾਂਦੇ ਨੇ, ਜਲਜਲੇ ਆ ਜਾਂਦੇ ਨੇ। ਇਹ ਧਾਰਨਾ ਰਹੀ ਹੈ। ਪਰ ਸਤਿਗੁਰ ਕਹਿੰਦੇ ਨੇ, ਜਿਸ ਵਕਤ ਮਨੁੱਖ ਗੁਰੂ ਸ਼ਬਦ ਸੁਣਦਾ ਹੈ, ਨਾਮ ਨੂੰ ਸੁਣਦਾ ਹੈ, ਤੇ ਸਹੀ ਨਾਮ ਦਾ ਅੰਦਰੋਂ ਜਨਮ ਹੁੰਦਾ ਹੈ, ਉਹਨੂੰ ਪਤਾ ਚੱਲਦਾ ਹੈ ਕਿ ਧੌਲੇ ਬੈਲ ਤਾਂ ਪ੍ਰਭੂ ਦੀ ਇੱਕ ਮਰਿਆਦਾ ਹੈ, ਧਰਮ ਹੈ। ਉਸ ਧਰਮ ਦੇ ਆਸਰੇ ਤੇ ਧਰਤੀ ਖੜੀ ਹੈ, ਔਰ ਉਸੇ ਦੇ ਆਸਰੇ ਤੇ ਆਕਾਸ਼ ਖੜਾ ਹੈ। ਫਿਰ ਅੱਗੋਂ ਕਹਿੰਦੇ ਨੇ, ਸੁਣੀਏ ਦੀਪ ਲੋ ਪਾਤਾਲ। ਪਰਮਾਤਮਾ ਦਾ ਨਾਮ ਸੁਣਦਿਆਂ ਹੀ ਖੰਡਾ ਬ੍ਰਹਮੰਡਾਂ ਦੀਪਾਂ ਲੋਆਂ ਦਾ ਬੋਧ ਹੋ ਜਾਂਦਾ ਹੈ। ਪ੍ਰਾਚੀਨ ਸੰਤ ਜਨਾਂ ਨੇ ਖੰਡਾ ਬ੍ਰਹਮੰਡਾਂ ਦੀ ਚਰਚਾ ਕੀਤੀ ਹੈ।
ਅਨੰਤ ਪ੍ਰਿਥਵੀਆਂ ਦੀ ਚਰਚਾ ਕੀਤੀ ਹੈ, ਔਰ ਇਹ ਹੀ ਨਹੀਂ ਕਲਪਨਾ ਮਾਤਰ ਹੈ, ਉਹਨਾਂ ਨੂੰ ਦਿਖਾਈ ਦਿੱਤਾ ਹੈ। ਅੱਜ ਵਿਗਿਆਨ ਇਸ ਗੱਲ ਦੀ ਹਾਮੀ ਭਰ ਰਹੀ ਹੈ ਕਿ ਅਣਗਿਣਤ ਸੂਰਜ ਨੇ ਜੋ ਗਿਣੇ ਨਹੀਂ ਜਾ ਸਕਦੇ, ਪਰ ਭਗਤ ਕਬੀਰ ਪਹਿਲੇ ਹੀ ਕਹਿ ਗਏ ਨੇ, ਅਨੰਤ ਸੂਰਜ ਨੇ, ਕਰੋੜਾਂ ਹੀ ਸੂਰਜ ਨੇ। ਕਬੀਰ ਕੋਲ ਕਿਸੇ ਨੇ ਪੁੱਛਿਆ, ਤੁਹਾਨੂੰ ਕਰੋੜਾਂ ਸੂਰਜ ਕਿੱਥੋਂ ਦਿਖਾਈ ਦਿੰਦੇ ਨੇ? ਅਣਗਿਣਤ ਪ੍ਰਿਥਵੀਆਂ ਦਿਖਾਈ ਦਿੰਦੀਆਂ ਨੇ, ਬੇਸ਼ੁਮਾਰ ਧਰਤੀਆਂ ਦਾ ਤੁਹਾਨੂੰ ਬੋਧ ਹੈ, ਇਹ ਕਿਸ ਤਰ੍ਹਾਂ ਹੋ ਗਿਆ, ਕਿਸ ਤਰ੍ਹਾਂ ਦਿਖਾਈ ਦੇ ਰਿਹਾ ਹੈ? ਤੇ ਕਬੀਰ ਨੇ ਇੱਕ ਜਾਂਚ ਦੱਸੀ, ਤੇ ਕੋਈ ਆਪਣੇ ਲਵੇ ਤੋਂ ਉਸਨੂੰ ਵੀ ਇਹ ਸਭ ਕੁਝ ਦਿਖਾਈ ਦੇਵੇਗਾ। ਭਗਤ ਕਬੀਰ ਜੀ ਕਹਿੰਦੇ ਨੇ, ਜਿਹੜੀ ਜਾਂਚ ਮੈਂ ਦੱਸਦਾ ਹਾਂ, ਜੇ ਉਸਨੂੰ ਕੋਈ ਅਪਣਾ ਲਵੇ ਤੇ ਉਸਨੂੰ ਵੀ ਸਭ ਕੁਝ ਦਿਖਾਈ ਦੇਵੇਗਾ। ਉਹ ਜਾਂਚ ਕੀ ਸੀ? ਕਹੋ ਕਬੀਰ ਜਾਣੇਗਾ ਸੋਈ, ਹਿਰਦੈ ਰਾਮ ਮੁਖ ਰਾਮੇ ਹੋਈ। ਰਸਨਾ ਤੇ ਰਾਮ ਹੈ, ਹਿਰਦਿਆ ਵਿੱਚ ਰਾਮ ਹੈ, ਤੇ ਧਰਤੀ ਦੇ ਭੇਦ ਦਾ ਪਤਾ ਚੱਲ ਜਾਏਗਾ, ਆਕਾਸ਼ ਦੇ ਭੇਦ ਦਾ ਪਤਾ ਚੱਲ ਜਾਣਾ ਹੈ। ਔਰ ਧੌਲਾ ਕੀ ਹੈ? ਵਾਸਤਵਿਕ ਇੱਕ ਧਰਮ ਹੈ, ਉਹਦੀ ਬਣਾਈ ਹੋਈ ਮਰਿਆਦਾ ਹੈ, ਜਿਸ ਆਸਰੇ ਤੇ ਗ੍ਰਹਿ ਨਕਸ਼ਤਰ ਪ੍ਰਿਥਵੀਆਂ ਖੜੀਆਂ ਨੇ। ਸੁਣੀਏ ਫੇ ਉਹ ਨਾ ਸਕੇ ਕਾਲ। ਸਭ ਤੋਂ ਪ੍ਰਬਲ ਭੈ ਮਨੁੱਖ ਦੇ ਅੰਦਰ ਮੌਤ ਦਾ ਹੈ। ਨਾਮ ਨੂੰ, ਸ਼ਬਦ ਨੂੰ ਸੁਣਦਿਆਂ ਹੀ, ਤੇ ਜੈਸੇ ਸ਼ਬਦ ਅੰਦਰ ਆਤਮਕ ਪ੍ਰਵੇਸ਼ ਕਰਦਾ ਹੈ, ਨਿਰਭੈ ਬਿਰਤੀਆਂ ਦਾ ਅੰਦਰੋਂ ਜਨਮ ਹੋ ਜਾਂਦਾ ਹੈ। ਉਸ ਦੇ ਅੰਦਰ ਮੌਤ ਦਾ ਭੈ ਨਹੀਂ ਰਹਿੰਦਾ, ਡਰ ਨਹੀਂ ਰਹਿੰਦਾ। ਜੋ ਜਗਤ ਮੌਤ ਤੋਂ ਡਰਿਆ ਹੋਇਆ ਹੈ, ਮਹਿਜ ਇਸ ਵਾਸਤੇ ਸ਼ਬਦ ਦਾ ਅੰਦਰ ਪ੍ਰਵੇਸ਼ ਨਹੀਂ ਹੋਇਆ ਅਜੇ ਉਹਨਾਂ ਦੇ ਅੰਦਰ। ਭਗਤ ਕਬੀਰ ਦਾ ਕਹਿਣਾ ਹੈ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਐਸਾ ਮਨੁੱਖ ਸਦਾ ਵਿਗਾਸ ਵਿੱਚ ਰਹਿੰਦਾ ਹੈ। ਕਿਉਂ? ਸੁਣੀਏ ਦੁੱਖ ਪਾਪ ਕਾ ਨਾਸ। ਹਿਰਦਿਆ ਹੌਲਾ ਫੁੱਲ ਹੋ ਜਾਂਦਾ ਹੈ, ਵਿਗਾਸ ਖਿੜਿਆ ਹੋਇਆ ਚਮਨ ਹਿਰਦਿਆ ਬਣ ਜਾਂਦਾ ਹੈ। ਤੇ ਇਹ ਸੀ ਜੀ ਜਪਜੀ ਸਾਹਿਬ ਦੀ 8ਵੀਂ ਪੌੜੀ ਦੀ ਵਿਆਖਿਆ। ਸੁਣੀਏ ਸਿੱਧ ਪੀਰ ਸੁਰਨਾਥ, ਸੁਣੀਏ ਧਰ ਧਵਲ ਆਕਾਸ, ਸੁਣੀਏ ਦੀਪ ਲੋ ਪਾਤਾਲ, ਸੁਣੀਏ ਪੋਹ ਨ ਸਕੇ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।